ਐਸੀ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਵੀ ਘੇਰੇ ਨੇ ਕਿ ਪੰਜਾਬ ਸਰਕਾਰ ਦਲਿਤ ਬੱਚਿਆਂ ਦਾ ਪੈਸਾ ਖਾ ਗਈ ਹੈ। ਲੱਖਾਂ ਜਿੰਨੀਆਂ ਕਰੋੜਾਂ ਜਿੰਨੀਆਂ ਵੱਡੀ ਗਿਣਤੀ ਹੈ, 64 ਕਰੋੜ ਰੁਪਏ ਦੀ ਇਹ ਕੀਮਤ ਦੱਸੀ ਜਾ ਰਹੀ ਕਿ 64 ਕਰੋੜ ਦੇ ਕਰੀਬ ਹੇਰਾਫੇਰੀ ਹੋਈ ਹੈ। ਔਰ ਇਹ ਜਿਹੜਾ ਪੈਸਾ ਜਾਂ ਜਿਹੜਾ ਇਹ ਘਪਲਾ ਇਹ ਅੱਜ ਨਹੀਂ ਹੋਇਆ, ਇਹ ਪਹਿਲਾਂ ਵੀ ਹੁੰਦਾ ਰਿਹਾ ਹੈਗਾ। ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਦਾ ਰਿਹਾ, ਇੱਥੋਂ ਤੱਕ ਭਰੋਸੇ ਵੀ ਮਿਲੇ ਕਿ ਇਸ ਮਸਲੇ ਦੀ ਵਿਜੀਲੈਂਸ ਕੋਲੋਂ ਜਾਂਚ ਕਰਵਾਈ ਜਾਏਗੀ। 2015-16 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਿਆ ਸੀ ਤੇ ਉਸ ਸਮੇਂ ਜਿਹੜੀ ਵਿਧਾਨ ਸਭਾ ਦੀ ਜਿਹੜੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਤੇ ਪਛੜੀਆਂ ਸ਼੍ਰੇਣੀਆਂ ਦੀ ਜਿਹੜੀ ਭਲਾਈ ਕਮੇਟੀ, ਉਹਨਾਂ ਨੇ ਬਾਅਦ 'ਚ ਆਪਣੀ ਰਿਪੋਰਟ ਵੀ ਦਿੱਤੀ। ਉਸ ਕਮੇਟੀ ਨੇ ਸੰਬੰਧਿਤ ਵਿਭਾਗ, ਚਾਹੇ ਭਲਾਈ ਵਿਭਾਗ ਹੋਵੇ, ਚਾਹੇ ਐਜੂਕੇਸ਼ਨ ਹੋਵੇ, ਚਾਹੇ ਟੈਕਨੀਕਲ ਐਜੂਕੇਸ਼ਨ, ਚਾਹੇ ਪ੍ਰਾਈਵੇਟ ਧਿਰਾਂ, ਉਹਨਾਂ ਨੂੰ ਵੀ ਤਲਬ ਕੀਤਾ ਸੀ। ਔਰ ਇਸ ਕਮੇਟੀ ਦੇ ਚੇਅਰਮੈਨ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਸੀ। ਉਹਨਾਂ ਨੇ ਪੂਰੀ ਜਾਂਚ ਕੀਤੀ ਸੀ ਤੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਕਿ ਆਖਰ ਉਸ ਕਮੇਟੀ ਨੇ ਕੀ ਰਿਕਮੈਂਡੇਸ਼ਨ ਦਿੱਤੀਆਂ ਸੀ, ਕਿੱਡਾ ਕਿ ਵੱਡਾ ਘਪਲਾ ਸੀ ਤੇ ਜਿਹੜਾ ਕੋਈ ਅੱਜ ਜਿਹੜਾ ਘਪਲਾ ਹੋਇਆ ਕਿ ਇਹ ਜੱਗੋਂ 13ਵੀਂ ਆ। ਜੱਜ ਸਾਹਿਬ, ਤੁਸੀਂ ਉਸ ਸਮੇਂ ਵਿਧਾਨ ਸਭਾ ਦੇ ਵਿੱਚ ਮੈਂਬਰ ਸੀ, ਮਸਲਾ ਵੀ ਉੱਠਿਆ ਸੀ। ਉਸ ਸਮੇਂ ਡਿਪਟੀ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਵੀ ਉਹਨਾਂ ਨੂੰ ਜਵਾਬ ਦੇਣਾ ਪਿਆ, ਭਰੋਸਾ ਦੇਣਾ ਪਿਆ ਸੀ। ਤੁਹਾਡੇ ਮੁਤਾਬਕ ਉਸ ਸਮੇਂ ਕਿਸ ਗਰਾਊਂਡ ਤੇ ਮੁੱਦਾ ਚੁੱਕਿਆ ਗਿਆ ਸੀ ਤੇ ਕੀ ਵਾਕਈ ਉਸ ਸਮੇਂ ਵੀ ਘਪਲਾ ਹੋਇਆ ਸੀ ਜੀ? ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ, ਜਿਹੜੀ ਇਹ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਜੀ, ਇਹ ਕੋਈ ਹੁਣ ਦੀ ਨਹੀਂ, ਇਹ ਆਜ਼ਾਦੀ ਤੋਂ ਪਹਿਲਾਂ ਵੀ ਜੀ ਅੰਗਰੇਜ਼ਾਂ ਦੇ ਰਾਜ 'ਚ ਵੀ ਇਹ ਸਕਾਲਰਸ਼ਿਪ ਅਨੁਸੂਚਿਤ ਜਾਤੀਆਂ ਵਾਸਤੇ ਲਾਇਆ ਜਾਂਦਾ ਸੀ ਤੇ ਜਿਹੜੇ ਬੱਚੇ ਹੁਸ਼ਿਆਰ ਹੁੰਦੇ ਸੀ ਉਹਨਾਂ ਨੂੰ ਇਹ ਵਜ਼ੀਫਾ ਦਿੱਤਾ ਜਾਂਦਾ ਸੀ। ਕੁਝ ਸਟੇਟਾਂ ਸੀ ਜਿਨ੍ਹਾਂ ਸਟੇਟਾਂ ਨੇ ਵੀ ਆਪਣੇ ਅਨੁਸੂਚਿਤ ਜਾਤੀ ਜਿਹੜੇ ਲੋਕ ਸੀ, ਡਿਪਰੈਸਡ ਲੋਕ ਸੀ, ਉਹਨਾਂ ਨੂੰ ਇਹ ਵਜ਼ੀਫੇ, ਖਾਸ ਕਰਕੇ ਮੈਂ ਸ਼ਾਹੂ ਜੀ ਮਹਾਰਾਜ ਜਿਹੜੇ ਕੋਲਾਪੁਰ ਦੇ ਇੱਕ ਸਟੇਟ ਸੀ, ਉਹ ਜਿਹੜੀ ਬੱਚੀ 10ਵੀਂ ਕਰ ਲੈਂਦੀ ਸੀ ਉਹਨਾਂ ਦਿਨਾਂ 'ਚ ਉਹ 6 ਰੁਪਏ ਵਜ਼ੀਫਾ ਜਿਹੜਾ ਹੈ ਉਹ ਉਸ ਬੱਚੀ ਨੂੰ ਲਾਉਂਦੇ ਸੀ। ਇਹ ਸਰਕਾਰਾਂ ਦਾ, ਉਸ ਸਮੇਂ ਦੇ ਡਿਪਾਰਟਮੈਂਟਾਂ ਦਾ ਬੜੀ ਇਮਾਨਦਾਰੀ ਨਾਲ ਇਹ ਕੰਮ ਚੱਲਦਾ ਰਿਹਾ। ਦੇਸ਼ ਦੀ ਆਜ਼ਾਦੀ ਹੋਈ, ਆਜ਼ਾਦੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ ਇਹ ਜਿਹੜਾ ਵਜ਼ੀਫਾ ਹੈ 100% ਸੈਂਟਰਲ ਸਪਾਂਸਰਡ ਸਕੀਮ ਸੀ ਜੀ। ਇਸ ਸਕੀਮ 'ਚ ਗਿਰਾਵਟ ਜਿਹੜੀ ਆਈ ਹੈ ਇਹ 1991-92 ਤੋਂ ਬਾਅਦ, ਜਦੋਂ ਸਰਦਾਰ ਮਨਮੋਹਨ ਸਿੰਘ ਸਾਡੇ ਵਿੱਤ ਮੰਤਰੀ ਆਏ, ਉਹ LPG ਲੈ ਕੇ ਆਏ। LPG ਦਾ ਮਤਲਬ ਹੈ ਲਿਬਰਲਾਈਜੇਸ਼ਨ, ਗਲੋਬਲ ਪ੍ਰਾਈਵੇਟੇਸ਼ਨ, ਗਲੋਬਲਾਈਜੇਸ਼ਨ। ਜਦੋਂ ਤੋਂ ਇਹ ਆਇਆ ਹੈ ਤੇ ਉਹਦੇ 'ਚ ਇੱਕ ਜਿਹੜੀ ਐਜੂਕੇਸ਼ਨ 'ਚ ਗਿਰਾਵਟ ਆਈ ਹੈ ਉਦੋਂ ਤੋਂ ਸ਼ੁਰੂ ਹੋਈ ਹੈ। ਜਿਹੜਾ ਲੋਕਾਂ ਨੇ ਧੜਾ ਧੜ ਜਿਹੜੀਆਂ ਸੀ ਪ੍ਰਾਈਵੇਟ ਇੰਸਟੀਟਿਊਸ਼ਨਾਂ, ਪ੍ਰਾਈਵੇਟ ਯੂਨੀਵਰਸਿਟੀਆਂ, ਇਹ ਲੋਕਾਂ ਨੇ ਐਸਟੈਬਲਿਸ਼ ਕਰੀਆਂ। ਇਹਨਾਂ ਲੋਕਾਂ ਨੇ ਜਿਹੜੇ ਇੰਸਟੀਟਿਊਸ਼ਨ ਸਥਾਪਿਤ ਕਰੀਆਂ, ਇਹਨਾਂ ਦਾ ਕੋਈ ਮੁੱਦਾ ਐਜੂਕੇਸ਼ਨ ਦੇਣਾ ਨਹੀਂ ਸੀ, ਖਾਸ ਕਰਕੇ ਗਰੀਬ ਵਰਗ ਦੇ ਲੋਕਾਂ ਦਾ ਐਜੂਕੇਸ਼ਨ ਦੇਣਾ ਨਹੀਂ ਸੀ। ਇਹਨਾਂ ਦਾ ਮੁੱਖ ਮੁੱਦਾ ਆਪਣਾ ਵਪਾਰ ਕਰਨਾ ਸੀ। ਇਹ ਇੰਸਟੀਟਿਊਸ਼ਨ ਅੱਜ ਵੀ ਜਿਹੜੀਆਂ ਹੈ ਇਹ ਇੱਕ ਤਰ੍ਹਾਂ ਦੀ ਇੰਡਸਟਰੀ ਹੈ। ਇਹ ਸੇਵਾ ਭਾਵ ਨਾਲ ਕੋਈ ਇੰਸਟੀਟਿਊਸ਼ਨ ਜਿਹੜੀ ਪ੍ਰਾਈਵੇਟ ਹੈ ਇਹ ਨਹੀਂ ਚੱਲਦੀ। ਸਰ ਚਲੋ ਠੀਕ ਹੈ, ਡਾਕਟਰ ਮਨਮੋਹਨ ਸਿੰਘ ਨੇ ਜਿਹੜਾ ਉਹਨਾਂ ਦਾ ਮੰਤਵ ਸੀ ਹੋਰ ਸੀ, ਉਹ ਠੀਕ ਹੈ, ਮੰਤਵਾਂ ਦੇ ਕਈ ਗਲਤ ਮੰਤਵ ਨਿਕਲ ਜਾਂਦੇ, ਪਰ ਕਈ ਕੁਆਲਿਟੀ ਐਜੂਕੇਸ਼ਨ ਦਿੰਦੀਆਂ ਨੇ ਪ੍ਰਾਈਵੇਟ। ਪਰ ਮੇਰਾ ਸਵਾਲ ਹੈ ਕਿ ਉਸ ਸਮੇਂ ਤੁਹਾਨੂੰ ਲੱਗਦਾ ਹੈ ਕਿ ਵੱਡੀ ਗੜਬੜੀ ਜਦੋਂ ਕਾਲੀ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ? ਸਾਡੇ ਸਰਕਾਰ ਦੇ ਟਾਈਮ 15 ਜੂਨ 1915 ਨੂੰ, ਉਦੋਂ ਮੈਂ ਚੇਅਰਮੈਨ ਸੀ। 2015 ਨੂੰ ਜੀ 2015 ਨੂੰ ਮੈਂ ਚੇਅਰਮੈਨ ਸੀ SC ਕਮੇਟੀ ਦਾ, ਜਿਹੜੀ ਵੈਲਫੇਅਰ ਕਮੇਟੀ ਹੈ ਜੀ। ਇੱਕ ਨਿਊਜ਼ ਛਪੀ ਕਿ ਜਿਹੜੀਆਂ SC ਸਕਾਲਰਸ਼ਿਪ ਹੈ ਇਹ ਗੋਲਡ ਮਾਈਨ ਹੈ ਫॉर ਪ੍ਰਾਈਵੇਟ ਇੰਸਟੀਟਿਊਸ਼ਨ ਜੀ। ਜਦੋਂ ਇਹ ਨਿਊਜ਼ ਸਾਡੇ ਨੋਟਿਸ 'ਚ ਆਈ, ਅਸੀਂ ਇੰਸਟੀਟਿਊਸ਼ਨਾਂ ਦਾ ਐਗਜ਼ਾਮੀਨੇਸ਼ਨ ਸ਼ੁਰੂ ਕੀਤਾ ਜੀ। ਸਾਡੇ ਨੋਟਿਸ 'ਚ ਆਇਆ ਕਿ ਉਹ ਅਦਾਰੇ, ਬਹੁਤ ਸਾਰੇ ਅਦਾਰੇ ਇਹੋ ਜਿਹੇ ਸੀ ਜਿਨ੍ਹਾਂ ਦਾ ਐਜੂਕੇਸ਼ਨ ਨਾਲ
ਜਾਂ ਉਹਨਾਂ ਦੇ ਜਿਹੜੇ ਮੈਨੇਜਮੈਂਟ ਨਾਲ ਸੰਬੰਧ ਰੱਖਦੇ ਆ, ਐਜੂਕੇਸ਼ਨ ਨਾਲ ਕੋਈ ਤਲਕ ਵਾਸਤਾ ਹੀ ਨਹੀਂ ਸੀ। ਅਸੀਂ ਉਦੋਂ ਬਹੁਤ ਸਾਰੀਆਂ ਇੰਸਟੀਟਿਊਸ਼ਨਾਂ ਨੂੰ ਐਗਜ਼ਾਮਿਨ ਕਰਿਆ ਤੇ ਉਹਨਾਂ ਚੋਂ ਇੱਕ ਯੂਨੀਵਰਸਿਟੀ ਜਲੰਧਰ ਦੇ ਵਿੱਚ ਫਗਵਾੜੇ ਦੇ ਨਾਲ ਬਣੀ ਹੈ, ਲਵਲੀ ਯੂਨੀਵਰਸਿਟੀ। ਅਸੀਂ ਉਹਦਾ ਰਿਕਾਰਡ ਐਗਜ਼ਾਮਿਨ ਕਰਿਆ, ਡਿਪਾਰਟਮੈਂਟ ਕੋਲੋਂ ਅਸੀਂ ਰਿਕਾਰਡ ਲਿਆ। ਉਹਨਾਂ ਦੇ ਕੋਲ ਜਿਹੜੇ ਐਸਸੀ ਬੱਚੇ ਸੀ, ਲਗਭਗ ਕੋਈ 4700 ਦੇ ਕਰੀਬ ਜਿਹੜੇ ਬੱਚੇ ਆ, ਉਹ ਐਸਸੀ ਬੱਚੇ ਉਹਨਾਂ ਕੋਲ ਅਨਰੋਲ ਸੀ ਜੀ। ਤੇ ਜਦੋਂ ਉਹਨਾਂ ਦੀ ਐਨਰੋਲਮੈਂਟ ਦਾ ਪਤਾ ਕਰਿਆ, ਉਹਨਾਂ ਚੋਂ 3200 ਬੱਚੇ ਜਿਹੜੇ ਸੀ ਤੇ ਉਹ ਸੀਸੀ 'ਚ ਪੜ੍ਹਦੇ ਆ, ਕਰਸਪੋਂਡੈਂਸ ਕੋਰਸ 'ਚ ਪੜ੍ਹਦੇ ਜੀ। ਤੇ ਅਸੀਂ ਪੰਜਾਬੀ ਯੂਨੀਵਰਸਿਟੀ ਦਾ ਪਤਾ ਕਰਿਆ। ਪੰਜਾਬੀ ਯੂਨੀਵਰਸਿਟੀ ਸਿਰਫ 125 ਬੱਚੇ ਜਿਹੜੇ ਹੈ ਉਹ ਸੀਸੀ, ਜਿਹੜੇ ਕਾਲਜ ਹੋਰ ਵੀ ਕਈ ਸੀ ਉਹਨਾਂ ਕੋਲ ਬਹੁਤ ਕਮ ਬੱਚੇ ਜਿਹੜੇ ਹੈ ਉਹ ਸੀਸੀ 'ਚ ਪੜ੍ਹਦੇ ਸੀ। ਸਾਨੂੰ ਇਹਨਾਂ ਦਾ ਬਿੱਲ ਵੀ ਬੜਾ ਵੱਡਾ ਸੀ ਜੀ। ਅਸੀਂ ਮਹਿਕਮੇ ਕੋਲੋਂ ਪਤਾ ਕਰਿਆ ਕਿ ਇਹਨਾਂ ਦਾ ਬਿੱਲ ਕਿੰਨਾ ਹੈ, ਲਗਭਗ 18 ਕਰੋੜ ਰੁਪਈਆ ਜਿਹੜਾ ਸੀ ਇਹਨਾਂ ਦਾ ਬਿੱਲ ਜਿਹੜਾ ਐਸਸੀ ਸਕਾਲਰਸ਼ਿਪ ਦਾ, ਇਹ ਵੈਲਫੇਅਰ ਡਿਪਾਰਟਮੈਂਟ ਕੋਲੋਂ ਕਲੇਮ ਕਰ ਰਹੇ ਸੀ ਤੇ ਸਾਨੂੰ ਇਹਦੀ ਸ਼ੱਕ ਪਈ। ਜਦੋਂ ਅਸੀਂ ਇਹਨੂੰ ਐਗਜ਼ਾਮਿਨ ਕਰਨ ਲੱਗੇ ਤਾਂ ਪਤਾ ਲੱਗਿਆ ਕਿ ਇਹਨਾਂ ਨੇ ਬੱਚਿਆਂ ਦੀ ਇਹ ਡੁਪਲੀਕੇਟ ਵੀ ਭਰਤੀ ਕਰੇ ਹੋਏ ਆ, ਬੋਗਸ ਵੀ ਭਰਤੀ ਕਰੇ ਹੋਏ ਆ ਤੇ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਐਕਟ ਸੀ, ਯੂਨੀਵਰਸਿਟੀ ਐਕਟ, ਜਿਹਦੇ ਅੰਡਰ ਇਹ ਯੂਨੀਵਰਸਿਟੀ ਸਟੈਚੂਟਰੀ ਬਾਡੀ ਬਣੀ ਹੈ, ਉਹਦੇ 'ਚ ਇਹ ਆਪਣੇ ਕੈਂਪਸ ਤੋਂ ਬਾਹਰ ਕੋਈ ਸੈਂਟਰ ਨਹੀਂ ਖੋਲ੍ਹ ਸਕਦੇ ਜੀ। ਇਹਨਾਂ ਨੇ ਨੰਬਰ ਆਫ ਸੈਂਟਰ ਜਗਰਾਵਾਂ, ਬਠਿੰਡਾ, ਮੋਹਾਲੀ ਸੈਂਟਰ ਵੀ ਖੋਲ੍ਹੇ ਹੋਏ ਸੀ। ਅਸੀਂ ਇੱਕ ਸੈਂਟਰ ਦੀ ਚੈਕਿੰਗ ਕਰੀ ਜਗਰਾਵਾਂ ਦੀ, ਉੱਥੋਂ ਡਿਪਟੀ ਕਮਿਸ਼ਨਰ ਲੁਧਿਆਣੇ ਦੇ ਥਰੂ ਅਸੀਂ ਇਹਦੀ ਇਨਕੁਆਇਰੀ ਕਰਵਾਈ ਤੇ ਉੱਥੇ ਬੱਚਿਆਂ ਕੋਲੋਂ ਫੀਸ ਵੀ ਲਈ ਜਾਂਦੀ ਸੀ। ਤੇ ਜਦੋਂ ਡਿਪਾਰਟਮੈਂਟ ਨੇ ਚੈਕਿੰਗ ਤੇ ਗਏ ਇਹਨਾਂ ਦੇ ਜਾਂ ਦੂਸਰੀ ਇੰਸਟੀਟਿਊਸ਼ਨ 'ਚ ਵੀ, ਤੇ ਬੱਚੇ ਉੱਥੇ ਕੋਈ ਲੱਭਦੇ ਨਹੀਂ ਸੀ। ਜਦੋਂ ਫਿਜ਼ੀਕਲ ਵੈਰੀਫਿਕੇਸ਼ਨ, ਉਹ ਇੰਸਟੀਟਿਊਸ਼ਨ ਵਾਲੇ ਕਹਿੰਦੇ ਸੀ ਸਾਡੇ ਕੋਲ 500 ਬੱਚਾ ਹੈ ਜੀ, 200 ਬੱਚਾ ਹੈ ਜੀ, 100 ਬੱਚਾ ਹੈ, ਸਾਡੇ ਕੋਲ ਇਸ ਤਰ੍ਹਾਂ ਦੀ ਫਿਗਰ ਡਿਪਾਰਟਮੈਂਟ ਨੂੰ ਦਿੰਦੇ ਸੀ। ਅਸੀਂ ਇਹ ਉਹਨਾਂ ਕੋਲ ਇਨਸਿਸਟ ਕਰਿਆ ਕਿ ਤੁਸੀਂ ਵੈਰੀਫਿਕੇਸ਼ਨ ਕਰੋ, ਫਿਜ਼ੀਕਲ ਵੈਰੀਫਿਕੇਸ਼ਨ। ਜਦੋਂ ਕਈ ਇੰਸਟੀਟਿਊਸ਼ਨਾਂ 'ਚ ਫਿਜ਼ੀਕਲ ਵੈਰੀਫਿਕੇਸ਼ਨ ਹੋਈ ਤਾਂ ਉੱਥੇ ਬੱਚਾ ਕੋਈ ਨਹੀਂ ਸੀ ਤੇ ਡਿਪਾਰਟਮੈਂਟ ਨੇ ਜਾਂ ਇੰਸਟੀਟਿਊਸ਼ਨ ਦਾ ਜਵਾਬ ਸੀ ਕਿ ਜੀ ਬੱਚੇ ਦਾਖਲ ਤਾਂ ਹੋਏ ਸੀ, ਬੱਚੇ ਦਾਖਲ ਹੋਏ ਸੀ ਪਰ ਉਹ ਹੁਣ ਛੱਡ ਕੇ ਚਲੇ ਗਏ ਜੀ। ਤੇ ਬੱਚੇ ਛੱਡ ਕੇ ਚਲੇ ਗਏ ਤੇ ਉਹਨਾਂ ਦਾ ਕੋਈ ਐਡਰੈਸ, ਨਾਂ, ਥਾਂ, ਉਹ ਤਾਂ ਪਤਾ ਇਹਨਾਂ ਨੂੰ ਹੋਣਾ ਚਾਹੀਦਾ ਨਾ, ਇੰਸਟੀਟਿਊਸ਼ਨ ਵੀ ਕਿਸ ਪਿੰਡ ਦਾ ਬੱਚਾ ਸੀ, ਕਿੱਥੋਂ ਦਾ ਸੀ। ਸਭ ਤੋਂ ਵੱਡੀ ਘਪਲੇ ਦੀ ਗੱਲ ਇਹ ਹੁੰਦੀ ਹੈ ਕਿ ਬੱਚੇ ਨੂੰ ਵਜ਼ੀਫਾ ਨਹੀਂ ਦਿੱਤਾ ਜਾ ਰਿਹਾ ਜੀ। ਜਿਹੜਾ ਸਕਾਲਰਸ਼ਿਪ ਹੈ ਇਹ ਇੰਸਟੀਟਿਊਸ਼ਨ ਨੂੰ ਦਿੱਤਾ ਜਾਂਦਾ। ਜੇ ਬੱਚੇ ਦੇ ਖਾਤੇ 'ਚ ਪੈਸੇ ਪੈਣ ਤਾਂ ਬੱਚੇ ਦਾ ਖਾਤਾ ਲੱਭ ਸਕਦਾ। ਇਹ ਇੱਕੋ ਇਹੀ ਨਹੀਂ ਸੀ, ਬਾਕੀ ਕਈ ਇੰਸਟੀਟਿਊਸ਼ਨਾਂ ਦਾ ਕੀ ਕਰਿਆ, 3-3 ਜਗ੍ਹਾ ਇੱਕ ਬੱਚੇ ਦੀ ਐਡਮਿਸ਼ਨ, 3-3 ਜਗ੍ਹਾ। ਇਹ ਬੜਾ ਵੱਡਾ ਘਪਲਾ ਸੀ। ਮੈਂ ਇਹ ਇਸ਼ੂ ਜਿਹੜਾ ਸੀ ਅਸੈਂਬਲੀ 'ਚ ਰੇਜ਼ ਕਰਿਆ। ਜਦੋਂ ਅਸੈਂਬਲੀ 'ਚ ਰੇਜ਼ ਹੋਇਆ ਤੇ ਮੇਰਾ ਸਾਥ ਸਾਰੇ ਮੈਂਬਰਸ ਨੇ ਦਿੱਤਾ ਤੇ ਸਰਦਾਰ ਸੁਖਬੀਰ, ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉੱਥੇ ਹਾਜ਼ਰ ਨਹੀਂ ਸੀ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹ ਉੱਥੇ ਹਾਜ਼ਰ ਸੀ। ਉਹਨਾਂ ਨੂੰ ਮਜਬੂਰ ਹੋ ਕੇ ਵਿਧਾਨ ਸਭਾ 'ਚ ਅਸ਼ੋਰੈਂਸ ਦੇਣੀ ਪਈ ਤੇ ਸਟੇਟਮੈਂਟ ਦਿੱਤੀ ਕਿ ਅਸੀਂ ਇਹਦਾ ਆਡਿਟ ਕਰਾਉਂਗੇ। ਆਡਿਟ ਕਰਾਉਣ ਤੋਂ ਬਾਅਦ ਵੀ ਜੇ ਸੈਟੀਸਫੈਕਸ਼ਨ ਨਹੀਂ ਹੁੰਦੀ, ਅਸੀਂ ਇਹਦੀ ਇਨਕੁਆਇਰੀ ਜਿਹੜੀ ਹੈ ਇਹ ਵਿਜੀਲੈਂਸ ਤੇ ਕਰਾਓ। ਜਿਹੜਾ ਅੱਜ ਇਹ ਘਪਲਾ ਕਹਿ ਲਓ, ਐਮਬੈਜ਼ਲਮੈਂਟ ਕਹਿ ਲਓ, ਉਸੀ ਜਿਹੜੀ ਸਟੇਟਮੈਂਟ ਦੇ ਬੇਸ ਤੇ ਇਹ ਇਨਕੁਆਇਰੀ ਇਹ ਜਿਹੜਾ ਹੈ ਸੀ ਆਡਿਟ ਹੋਇਆ। ਆਡਿਟ 'ਚ ਲਗਭਗ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ 600 ਕਰੋੜ ਰੁਪਈਆ ਜਿਹੜਾ ਸੀ ਇਹ ਉੱਧਰ ਆਧਰ ਕਰਿਆ ਗਿਆ। ਮਤਲਬ ਕਿ ਉਦੋਂ ਡਿਪਾਰਟਮੈਂਟ ਦੀ ਮਿਲੀ ਭੁਗਤ ਦੇ ਨਾਲ ਪ੍ਰਾਈਵੇਟ ਜਿਹੜੇ ਇੰਸਟੀਚਿਊਟ, ਚਾਹੇ ਕਾਲਜ, ਚਾਹੇ ਯੂਨੀਵਰਸਿਟੀਆਂ ਸੀ, ਚਾਹੇ ਤਕਨੀਕੀ ਕਾਲਜ ਸੀ ਜਾਂ ਦੂਜੇ ਜਨਰਲ ਕਾਲਜ ਸੀ, ਉਹਨਾਂ ਨੇ ਰਲ ਮਿਲ ਕੇ 600 ਕਰੋੜ ਰੁਪਏ ਬੱਚਿਆਂ ਨੂੰ, ਇੱਕ ਬੱਚੇ ਨੂੰ 3-3 ਜਗ੍ਹਾ ਦਿਖਾ ਕੇ ਪੂਰੀਆਂ ਮੌਜਾਂ ਲੁੱਟੀਆਂ। ਇਹ ਉਦੋਂ ਵੀ ਸੀ, ਘਪਲਾ ਤਾਂ ਉਦੋਂ ਹੋਇਆ ਜਦੋਂ 600 ਕਰੋੜ ਹੋਇਆ, ਪਰ ਜਿਹੜੀ ਮੌਜੂਦਾ ਸਰਕਾਰ ਹੈ ਇਹ ਉਹਨੂੰ ਦਬਾਉਣ ਤੇ ਲੱਗੀ ਹੈ। ਚਾਹੀਦਾ ਤਾਂ ਇਸ ਸਰਕਾਰ ਨੂੰ ਵੀ ਹੈ। ਦੇਖੋ, ਮੈਨੂੰ 19 'ਚ ਇਹਨਾਂ ਨੇ ਇੱਕ ਕੈਬਨਿਟ ਦੀ ਮੀਟਿੰਗ ਕਰਕੇ ਬਹੁਤ ਸਾਰਾ ਜਿਹੜਾ ਡ੍ਰੌਪ ਆਊਟ ਬੱਚੇ ਸੀ ਜਿਹੜੇ ਸਕੂਲ ਇੰਸਟੀਟਿਊਸ਼ਨ ਦੇ ਮੁਤਾਬਕ ਉਹ ਪੜ੍ਹਾਈ ਵਿੱਚ ਹੀ ਛੱਡ ਕੇ ਚਲੇ ਗਏ,
ਉਹਨਾਂ ਦੀ ਪੇਮੈਂਟ ਵੀ ਪ੍ਰਾਈਵੇਟ ਇੰਸਟੀਟਿਊਸ਼ਨਾਂ ਨੂੰ ਕਰੀ ਗਈ। ਜਾਂ ਤਾਂ ਉਹਦੀ ਇਨਕੁਆਇਰੀ ਹੁੰਦੀ, ਬੱਚੇ ਕੋਲੋਂ ਪੁੱਛਿਆ ਜਾਂਦਾ ਕਿ ਤੂੰ ਉਸ ਕਾਲਜ 'ਚ ਕਿੰਨੀ ਦੇਰ ਪੜ੍ਹਿਆ। ਵਿਦਆਊਟ ਦੈਟ ਹਾਊ ਦੇ ਕੈਨ ਮੇਕ ਦੀ ਪੇਮੈਂਟ ਟੂ ਦੀ ਇੰਸਟੀਟਿਊਸ਼ਨ। ਇਹ ਸਾਰੀ ਮਿਲੀ ਭੁਗਤ ਇੰਸਟੀਟਿਊਸ਼ਨ ਦੀ ਤੇ ਸਰਕਾਰਾਂ ਦੀ। ਤਾਂ ਲੱਗਦਾ ਕਿ ਕਾਲਜ ਵਾਲੇ ਜਾਂ ਯੂਨੀਵਰਸਿਟੀ ਵਾਲੇ ਕਹਿੰਦੇ ਕਿ ਅਸੀਂ ਬੱਚਾ ਪੜਾਇਆ, ਸਾਡੇ ਚਾਹੇ 3 ਮਹੀਨੇ ਪੜ੍ਹਿਆ, ਚਾਹੇ 4 ਮਹੀਨੇ ਪੜ੍ਹਿਆ, ਚਾਹੇ 6 ਮਹੀਨੇ ਪੜ੍ਹਿਆ, ਚਾਹੇ ਸਾਲ ਪੜ੍ਹਿਆ, ਸਾਡਾ ਹੱਕ ਬਣਦਾ ਪੈਸੇ ਲੈਣੇ। ਤੁਸੀਂ ਕਹਿ ਰਹੇ ਕਿ ਉਹ ਬੱਚੇ ਫਰਜ਼ੀਵਾੜਾ ਸੀ, ਬੱਚੇ ਆਏ ਨਹੀਂ ਸਕੂਲ ਕਾਲਜ ਦੇ, ਕਾਲਜਾਂ ਯੂਨੀਵਰਸਿਟੀਆਂ, ਤੇ ਕਿਵੇਂ ਦਿੱਤੇ ਜਾ ਸਕਦੇ? ਮੇਰੇ ਕੋਲ ਜੀ ਜੀ ਇਹ ਰਿਪੋਰਟ ਹੈ ਜੀ ਜੀ ਜਿਹੜੀ ਅਸੀਂ 42ਵੀਂ ਰਿਪੋਰਟ 2015-2016 ਚ ਪੇਸ਼ ਕਰੀ ਸੀ। ਅਸੀਂ ਡਿਪਾਰਟਮੈਂਟ ਦੇ ਸਟੇਟਮੈਂਟ ਰਿਕਾਰਡ ਕਰੀ ਸੀ। ਉਹ ਉਹਨਾਂ ਨੇ ਕਿਹਾ ਕਿ ਜੀ ਜਦੋਂ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਜਾਂਦੇ ਆ ਉੱਥੋਂ ਕੋਈ ਬੱਚਾ ਨਹੀਂ ਮਿਲਿਆ। ਉਸ ਤੋਂ ਪਹਿਲਾਂ ਇਹਨਾਂ ਨੂੰ ਇਹ ਕਿਹਾ ਗਿਆ ਡਿਪਾਰਟਮੈਂਟ ਕਿ ਬੱਚਾ ਪੜ੍ਹ ਰਿਹਾ। ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਹੋਈ ਤਾਂ ਇਹਨਾਂ ਨੂੰ ਕਿਹਾ ਜੀ ਬੱਚਾ ਤਾਂ ਦਾਖਲ ਹੋਇਆ ਸੀ ਪਰ ਉਹ ਤਾਂ ਛੱਡ ਕੇ ਚਲਾ ਗਿਆ। ਜੇ ਬੱਚਾ ਛੱਡ ਕੇ ਚਲਾ ਗਿਆ, ਉਸ ਬੱਚੇ ਦਾ ਉਹਦੇ ਪੇਰੈਂਟਸ ਤੋਂ ਕੋਈ ਐਫੀਡੇਵਿਟ ਲੈਣ, ਕੋਈ ਸਬੂਤ ਪੇਸ਼ ਕਰਨ ਕਿ ਇੰਨੀ ਦੇਰ ਬੱਚਾ ਸਾਡੀ ਇਸ ਇੰਸਟੀਚਿਊਟ 'ਚ ਦਾਖਲ ਰਿਹਾ ਹੈ, ਪੜ੍ਹਿਆ ਹੈ ਤੇ ਅਸੀਂ ਪੜ੍ਹਾਇਆ ਹੈ, ਕੋਈ ਉਹਦਾ ਪ੍ਰੂਫ, ਉਹਦੀ ਹਾਜ਼ਰੀ, ਕੋਈ ਦੇਖੋ ਨਾ। ਅੱਛਾ, ਜਿਹੜਾ ਤੁਸੀਂ ਦੱਸਿਆ ਕਿ ਹਾਜ਼ਰੀ ਕੋਈ ਨਹੀਂ, ਉਹ ਰਿਕਾਰਡ 'ਚ ਆ ਗਿਆ, ਵਿਧਾਨ ਸਭਾ ਦੇ ਰਿਕਾਰਡ 'ਚ ਆ ਗਿਆ। ਜਿਹੜਾ ਤੁਸੀਂ ਕਹਿ ਰਹੇ ਕਿ 600 ਕਰੋੜ ਰੁਪਏ ਦੇ ਕਰੀਬ ਗੜਬੜੀ ਹੋਈ ਆ, ਜਿਹੜੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਇਹ ਜਿਹੜੀ ਡ੍ਰੌਪ ਆਊਟ ਆ, ਇਹ ਡ੍ਰੌਪ ਆਊਟ ਨੂੰ ਆਪਾਂ ਇਹ ਕਿਵੇਂ ਜੋੜ ਸਕਦੇ ਕਿ ਇਹ ਵੀ ਐਬੈਜ਼ਲਮੈਂਟ ਦੀ ਸਰਕਾਰ? ਦੇਖੋ ਮੇਰੇ ਹਿਸਾਬ 'ਚ ਜਿਹੜਾ ਡ੍ਰੌਪ ਆਊਟ ਹੈ, ਜੀ ਜਿਹੜਾ ਬੱਚਾ ਵਿੱਚ ਹੀ ਪੜ੍ਹਾਈ ਦੇ ਛੱਡ ਗਿਆ, ਜਦੋਂ ਤੱਕ ਇਹ ਵੈਰੀਫਾਈ ਨਹੀਂ ਹੁੰਦਾ ਕਿ ਉਹ ਬੱਚੇ ਨੇ ਐਕਚੁਅਲੀ ਉੱਥੇ ਐਡਮਿਸ਼ਨ ਲਈ ਸੀ ਤੇ ਉਹ 5 ਮਹੀਨੇ 2 ਮਹੀਨੇ 6 ਮਹੀਨੇ ਪੜ੍ਹਿਆ ਸੀ, ਉਦੋਂ ਤੱਕ ਉਸ ਇੰਸਟੀਟਿਊਸ਼ਨ ਦਾ ਉਹਨਾਂ ਦੀ ਫੀਸ ਕਲੇਮ ਕਰਨ ਦਾ, ਉਹਨਾਂ ਦਾ ਵਜ਼ੀਫਾ ਕਲੇਮ ਕਰਨ ਦਾ ਕੋਈ ਹੱਕ ਨਹੀਂ ਬਣਦਾ ਜੇ ਉਹ ਸਾਬਤ ਨਹੀਂ ਕਰਦੇ। ਇਹ ਜਿਹੜਾ ਡ੍ਰੌਪ ਆਊਟ ਦੇ ਤਹਿਤ ਬੈਨੀਫਿਟ ਦਿੱਤਾ ਗਿਆ, ਇਹ ਕਿੰਨੇ ਕਰੋੜ ਦੀ ਰਿਵਰਸਮੈਂਟ ਹੋ ਗਈ ਫਿਰ ਜੀ? ਇਹ ਮੇਰਾ ਖਿਆਲ 400 ਕਰੋੜ ਹੈ। 400 ਕਰੋੜ ਰੁਪਈਆ ਵਿੱਚ ਹੀ ਸਾਰਾ ਰਲਾ ਕੇ 400 ਕਰੋੜ ਦਾ ਬੈਨੀਫਿਟ ਦਿੱਤਾ ਗਿਆ। ਇਹ ਮੈਂ ਤਾਂ ਇਹ ਕਹੂੰਗਾ ਜਿਹੜੇ ਮੌਜੂਦਾ ਮੰਤਰੀ ਹੈ ਸਰਦਾਰ ਧਰਮਸੋਤ ਜੀ, ਉਹਨਾਂ ਤੇ ਵੀ ਐਲੀਗੇਸ਼ਨ ਲਾਇਆ ਗਿਆ। ਜਿਹੜੇ ਐਲੀਗੇਸ਼ਨ ਹੈ ਜੋ ਬਿਲਕੁਲ ਪ੍ਰਾਈਮਾ ਫੇਸਾਈ ਠੀਕ ਬਣਦੇ ਆ ਕਿ ਬੋਗਸ ਇੰਸਟੀਟਿਊਸ਼ਨ ਨੂੰ ਜਿਹੜੀਆਂ ਔਨ ਰਿਕਾਰਡ ਹੀ ਨਹੀਂ ਹੈ ਕਿਤੇ, ਜੇ ਇਹਦਾ ਪਤਾ ਕਰਨਾ ਤਾਂ ਸਰਕਾਰ ਨੂੰ ਕੋਈ ਬਹੁਤਾ ਔਖਾ ਨਹੀਂ। ਚੀਫ ਸੈਕਟਰੀ ਸਾਹਿਬ ਨੂੰ ਇਨਕੁਆਇਰੀ ਦਿੱਤੀ ਹੈ, ਚੀਫ ਮਿਨਿਸਟਰ ਸਾਹਿਬ ਨੇ। ਚੀਫ ਸੈਕਟਰੀ ਸਾਹਿਬ ਇੱਕ ਦਿਨ 'ਚ ਜਾ ਕੇ ਜਿੱਥੇ ਉਹ ਦੱਸਦੇ ਆ ਕਿ ਜੀ ਇੱਥੇ ਇੰਸਟੀਟਿਊਸ਼ਨ ਦੇਖਿਆ ਹੁਣ, ਜੇ ਉੱਥੇ ਇੰਸਟੀਟਿਊਟ ਰਿਕਾਰਡ ਤੇ ਨਹੀਂ ਹੈ, ਉੱਥੇ ਕੋਈ ਕਾਲਜ ਨਹੀਂ, ਕੋਈ ਟੀਚਰ ਨਹੀਂ, ਕੋਈ ਬੱਚਾ ਨਹੀਂ ਹੈ, ਫਿਰ ਤੇ ਪਰਚਾ ਕਰਾਉਣਾ ਤੇ ਧਰਮਸੋਤ ਜੀ ਨੂੰ ਅਸਤੀਫਾ ਵੀ ਦੇਣਾ ਚਾਹੀਦਾ। ਨਹੀਂ, ਮੰਨ ਲਓ ਜੇ ਸਾਧੂ ਸਿੰਘ ਧਰਮਸੋਤ ਦਾ ਜ਼ਿੰਮੇਵਾਰ ਤੇ ਉਹਨਾਂ ਦੇ ਪਿਛਲੇ ਗੁਲਜ਼ਾਰ ਸਿੰਘ ਰਣੀਕਾ ਦਾ ਵੀ ਦੋਸ਼ ਹੋਏਗਾ ਜੀ। ਜੇ ਮੈਂ ਕਹਿੰਦਾ ਜੇ ਧਰਮਸੋਤ ਜ਼ਿੰਮੇਵਾਰ ਹੈ, ਉਨਾ ਹੀ ਜਿਹੜੀ ਪੁਰਾਣੀ ਸਰਕਾਰ 'ਚ ਜਿਹੜਾ ਘਪਲਾ ਹੋਇਆ, ਜਦੋਂ ਉਸ ਟਾਈਮ ਡਿਪਾਰਟਮੈਂਟ ਨੇ ਵਿਧਾਨ ਸਭਾ ਦੀ ਕਮੇਟੀ ਕੋਲ ਆ ਕੇ ਐਡਮਿਟ ਕਰਿਆ ਕਿ ਕਾਲਜਾਂ 'ਚ ਬੱਚੇ ਹੀ ਨਹੀਂ, ਐਡਮਿਸ਼ਨ ਹੋਈ ਵੀ ਹੈ ਤੇ ਵਜ਼ੀਫੇ ਕਲੇਮ ਹੋਏ ਪਏ ਆ। ਇਹ ਉਦੋਂ ਵੈਰੀਫਾਈ ਹੁੰਦਾ ਬੱਚਾ, ਉਦੋਂ ਇੰਸਟੀਟਿਊਸ਼ਨ ਕਹਿੰਦੀ ਹੈ ਡ੍ਰੌਪ ਆਊਟ ਹੋ ਗਿਆ, ਜਦੋਂ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਵਾਸਤੇ ਕਿਹਾ। ਤੇ ਫਿਰ ਤਾਂ ਅਫਸਰ ਵੀ ਦੋਸ਼ੀ ਹੈਗੇ ਨੇ। ਮੰਨ ਲਓ ਜੇ ਅੱਜ ਆਪਾਂ ਕਹਿ ਰਹੇ ਕਿ ਇਹ ਮੰਤਰੀ ਦੋਸ਼ੀ ਜਾਂ ਪਿਛਲਾ ਮੰਤਰੀ ਦੋਸ਼ੀ ਹੈਗਾ, ਤਾਂ ਉਹਦੇ ਅਫਸਰ ਵੀ ਜ਼ਿੰਮੇਵਾਰ ਹੈ। ਅਫਸਰ ਨੂੰ ਉੱਪਰੋਂ ਕੋਈ ਗ੍ਰੀਨ ਸਿਗਨਲ ਮਿਲ ਜਾਂਦਾ ਹੈ। ਜੇ ਇਸ ਦੀ ਬੜੀ ਗੰਭੀਰਤਾ ਨਾਲ ਇਨਕੁਆਇਰੀ ਕਰਾਈ ਜਾਏ, ਇੰਡੀਪੈਂਡੈਂਟ ਇਨਕੁਆਇਰੀ ਕਰਾਈ ਜਾਏ, ਇਹਦੇ 'ਚ ਬਹੁਤ ਸਾਰੇ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਇੰਸਟੀਟਿਊਸ਼ਨ ਖੋਲ੍ਹੀਆਂ ਹੋਈਆਂ ਜਾਂ ਉਸ ਸਮੇਂ ਵੱਡੇ ਅਹੁਦਿਆਂ ਤੇ ਰਹੇ ਹੈ, ਉਹ ਸਾਰੇ ਦੇ ਸਾਰੇ ਇਸ ਜਿਹੜਾ ਐਮਬੈਜ਼ਲਮੈਂਟ ਆ ਉਹਦੇ ਜ਼ਿੰਮੇਵਾਰ ਹੈ। ਅੱਛਾ, ਇੱਕ ਤੇ ਹੋ ਗਿਆ 600 ਕਰੋੜ ਰੁਪਈਆ ਟੋਟਲ ਗੜਬੜੀ, 400 ਕਰੋੜ ਰੁਪਈਆ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਡ੍ਰੌਪ ਆਊਟ ਦੇ ਤਹਿਤ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨੂੰ ਦੇ ਦਿੱਤੇ। 200 ਕਰੋੜ ਰੁਪਈਆ ਸਹੀ ਤੌਰ ਤੇ ਕਾਲਜਾਂ ਯੂਨੀਵਰਸਿਟੀਆਂ ਨੂੰ ਗਿਆ ਤੇ 200 ਕਰੋੜ 'ਚ ਵੀ ਤੁਹਾਨੂੰ ਲੱਗਦਾ ਕੋਈ ਹੀਰਾ ਫੇਰੀ? ਉਹ ਮੇਰੀ ਇਨਫੋਰਮੇਸ਼ਨ ਹੈ 200 ਕਰੋੜ ਉਹਨਾਂ ਨੂੰ ਦਿੱਤਿਆ ਹੀ ਨਹੀਂ। ਉਹ ਇਹਨਾਂ ਨੇ ਉਹ ਰੱਖ ਲਿਆ ਕਿ ਜੀ ਤੁਹਾਡੇ ਕੋਲ ਐਡਵਾਂਸ ਆਇਆ ਵਾ। ਮੈਨੂੰ ਤੇ ਇਹ ਵੀ ਨਹੀਂ ਸਮਝ ਲੱਗਦੀ ਵੀ ਉਹ ਜਸਟੀਫਾਈ ਕਿਸ ਤਰ੍ਹਾਂ ਹੁੰਦਾ। ਇਹ ਜਿਹੜੀ ਰਿਪੋਰਟ ਹੈ, ਮੈਂ ਤੁਹਾਡੇ ਚੈਨਲ ਰਾਹੀਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੀ ਰਿਪੋਰਟ ਐਡੀਸ਼ਨਲ ਚੀਫ ਸੈਕਟਰੀ ਦੀ ਹੈ ਤੇ ਜਿਹੜੇ ਫੈਕਟਸ ਹੈ, ਇਹ ਸਾਰੇ ਦੇ ਸਾਰੇ ਪਬਲਿਕ ਡੋਮੇਨ 'ਚ ਆਉਣੇ ਚਾਹੀਦੇ ਆ, ਲੋਕਾਂ ਨੂੰ ਵੀ ਪਤਾ ਲੱਗੇ। ਮੈਨੂੰ ਇੱਕ ਖਾਸ ਕਰਕੇ ਜਿਹੜੇ ਸਾਡੇ ਸਮਾਜ ਦੇ ਲੀਡਰ ਹੈ ਤੇ ਰਿਟਾਇਰ ਅਫੀਸਰਸ ਹੈ, ਉਹਨਾਂ ਦਾ ਵੀ ਦੁੱਖ ਹੁੰਦਾ ਹੈ। ਚੈਨਲਾਂ 'ਤੇ ਬੈਠਦੇ ਹੈ,
ਉਹ ਕਦੇ ਸਮਾਜ ਦੀ ਡੰਗਾਈ 'ਚ ਗੱਲ ਨਹੀਂ ਕਰਦੇ। ਉਹ ਆਪਣੀ ਜਿਹੜੀ ਪਾਰਟੀ ਲਾਈਨ ਹੈ ਉਹਦੇ ਨਾਲ ਚੱਲਦੇ। ਹੁਣ ਬਹੁਤ ਸਾਰੇ ਲੀਡਰ, ਮੈਂ ਨਾਂ ਕੀ ਲਵਾਂ, ਕਿ ਚੈਨਲ ਤੇ ਬੈਠਦੇ ਆ। ਉਹ ਮੇਰੇ ਨਾਲ ਸੀ ਉਦੋਂ ਅਸੀਂ ਇਹ ਕਪੜਾ ਕੱਢਿਆ, ਉਦੋਂ ਐਮਬੈਜ਼ਲਮੈਂਟ, ਉਹ ਕਹਿੰਦੇ ਸੀ ਐਮਬੈਜ਼ਲਮੈਂਟ ਹੈ। ਅੰਦਰ ਅੰਦਰ ਤਾਂ ਕਹਿੰਦੇ ਆ, ਪਬਲਿਕ 'ਚ ਕਿਉਂ ਨਹੀਂ ਕਹਿੰਦੇ? ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਉਦੋਂ ਵੀ ਘਪਲਾ ਹੋਇਆ। ਅੱਜ ਇੱਕ ਸਰਕਾਰ ਨਹੀਂ ਦੋਸ਼ੀ, ਇਹ ਦੋਨੇ ਸਰਕਾਰਾਂ ਦੋਸ਼ੀ ਹੈ। ਲੱਗਦਾ ਜੀ ਪਿਛਲੇ ਵੀ ਦੋਸ਼ੀ ਆ, ਪਿਛਲੇ ਵੀ ਡਾਇਰੈਕਟਰ ਵੀ ਉਦੋਂ ਦਲਿਤ ਸੀ, ਮੰਤਰੀ ਵੀ ਦਲਿਤ ਸੀ, ਸੈਕਟਰੀ ਵੀ ਦਲਿਤ ਸੀ। ਅੱਜ ਵੀ ਡਾਇਰੈਕਟਰ ਦਲਿਤ ਆ, ਮੰਤਰੀ ਵੀ ਦਲਿਤ ਆ, ਸੈਕਟਰੀ ਵੀ ਦਲਿਤ ਆ। ਦਲਿਤਾਂ ਦੇ ਦਲਿਤ ਹੀ ਦੁਸ਼ਮਣ ਜੀ। ਮੈਂ ਇਸ ਗੱਲ 'ਚ ਕੋਈ ਦੋ ਰਾਇਆ ਨਹੀਂ ਕਿ ਜਿਹੜੇ ਦਲਿਤ ਲੀਡਰ ਬਣਦੇ ਆ ਨਾ, ਐਕਚੁਅਲੀ ਇਹ ਨਾਂ ਦੇ ਹੀ ਲੀਡਰ ਹੈ। ਇਹਨਾਂ ਕੋਲ ਵਰਚੁਅਲੀ ਕੋਈ ਪਾਵਰ ਨਹੀਂ ਹੁੰਦੀ। ਪਾਵਰ ਇਹਨਾਂ ਦੀ ਕਿਤੋਂ ਹੋਰ ਹਿਲਦੀ ਹੈ, ਤਾਰ ਕਿਤੋਂ ਹੋਰ ਹਿਲਦੀ ਹੈ, ਤੇ ਉਹ ਤਾਰ ਦੇ ਮੁਤਾਬਕ ਇਹ ਕੰਮ ਕਰਦੇ ਆ। ਇਹ ਆਪਣੀ ਐਗਜ਼ਿਸਟੈਂਸ ਆਪਣੇ ਮਹਿਕਮੇ 'ਚ, ਮੈਨੂੰ ਬੜੀ ਅੱਜ ਹਾਸੋਹੀਣੀ ਹੈ। ਮੈਂ ਇਹਦੀ ਨਿਊਜ਼ 18 ਤੇ ਧਰਮਸੋਤ ਜੀ ਦੀ ਇੰਟਰਵਿਊ ਆ ਰਹੀ ਸੀ ਕਿ ਜੀ ਮੇਰਾ ਸੈਕਟਰੀ ਮੈਨੂੰ ਬਿਨਾਂ ਪਤੇ ਤੇ ਮੇਰੇ ਡਿਪਾਰਟਮੈਂਟ ਦੀ ਇਨਕੁਆਇਰੀ ਕਰੀ ਜਾਂਦਾ ਵੀ ਤੂੰ ਮਿਨਿਸਟਰ ਹੈ, ਤੂੰ ਇਫ ਦੈਟ ਇਜ਼ ਸੋ, ਜੇ ਤੇਰੀ ਇੰਨੀ ਨਹੀਂ ਚੱਲਦੀ, ਯੂ ਸ਼ੁੱਡ ਸਟੈਪ ਡਾਊਨ ਇਮੀਡੀਏਟਲੀ ਕਿ ਜੀ ਮੇਰੇ ਖਿਲਾਫ ਮੇਰੇ ਡਿਪਾਰਟਮੈਂਟ ਦਾ ਹੀ ਮੇਰਾ ਕੋਈ ਕਹਿਣਾ ਨਹੀਂ ਮੰਨਦਾ, ਮੇਰਾ ਸੈਕਟਰੀ ਨਹੀਂ ਕਹਿਣਾ ਮੰਨਦਾ, ਤੇ ਫਿਰ ਵਾਟ ਫਾਰ ਯੂ ਆਰ ਦੇਅਰ। ਅਕਾਲੀ ਦਲ ਦਿੱਲੀ ਜਾ ਕੇ ਮਿਲਦਾ ਕਿ ਇਹਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਜਾਂ ਆਪਣੇ ਤੌਰ ਤੇ ਜਾਂਚ ਕਰਨੀ ਚਾਹੀਦੀ। ਸੋਮ ਪ੍ਰਕਾਸ਼ ਸਿੰਘ ਜਾਂਚ ਕਹਿ ਰਹੇ ਕਿ ਅਸੀਂ ਕਰਵਾ ਰਹੇ, ਅਫਸਰ ਵੀ ਲਾਤੇ ਹੈਗੇ। ਤਾਂ ਲੱਗਦਾ ਕਿ ਫਿਰ ਅਕਾਲੀ ਦਲ ਵੀ ਸਿਆਸਤ ਕਰੇਗਾ। ਜੇ ਤੁਹਾਡੇ ਵੇਲੇ ਗੜਬੜੀ ਹੋਈ ਤਾਂ ਤੁਸੀਂ ਕਿਉਂ ਨਹੀਂ ਦੋ ਗਰੀਬਾਂ ਦਾ ਭਲਾ ਕੀਤਾ ਗਿਆ? ਮੈਂ ਨਾ ਤਾਂ ਸੀਬੀਆਈ ਦੀ ਇਨਕੁਆਇਰੀ ਦੇ ਖਿਲਾਫ ਹੈ, ਨਾ ਡਿਪਾਰਟਮੈਂਟਲ ਦੀ ਇਨਕੁਆਇਰੀ ਦੇ ਖਿਲਾਫ ਹੈ। ਜੇ ਇਨਕੁਆਇਰੀ ਕਰਾਉਣੀ ਹੈ, ਸਹੀ ਮਾਇਨੇ 'ਚ ਕਰਾਉਣੀ ਹੈ, ਅਕਾਲੀ ਦਲ ਨੂੰ ਵੀ ਚਾਹੀਦਾ ਹੈ ਕਿ 12 ਤੋਂ ਇਨਕੁਆਇਰੀ ਉੱਥੇ ਲਿਖ ਕੇ ਦੇਣ ਕਿ ਜੀ ਸਾਡੀ ਜਿਹੜੀ ਇਨਕੁਆਇਰੀ ਹੈ ਇਹ ਤੁਸੀਂ 12 ਤੋਂ ਸ਼ੁਰੂ ਕਰੋ, ਤੇ 12 ਤੋਂ ਲੈ ਕੇ 2020 ਤੱਕ ਇਹ ਸਾਰੀ ਇਨਕੁਆਇਰੀ ਕਰ ਲਓ। ਦੋ ਗੱਲਾਂ ਦੀ ਇਨਕੁਆਇਰੀ ਕਰਨ ਵਾਲੀ ਹੈ। ਇੱਕ ਤਾਂ ਜਿਹੜਾ ਸੈਂਟਰ ਤੋਂ ਪੈਸਾ ਆਉਂਦਾ, ਇਹ ਭਾਵੇਂ SCBC ਸਕਾਲਰਸ਼ਿਪ ਦਾ ਜਾਂ ਕਿਸੇ ਹੋਰ ਭਲਾਈ ਦਾ, ਇਹ ਦੇਖਣ, ਉਹ ਕਮੇਟੀ ਇਹ ਦੇਖਣ ਕਿ ਇਹਨਾਂ ਦਾ ਪੈਸਾ ਡਿਵਲਟ ਕਿੰਨੀ ਵਾਰ ਹੁੰਦਾ। ਤਾਂ ਡਿਵਲਟ ਹੋਇਆ ਪੈਸਾ ਜੀ? ਪੈਸਾ ਇਹ ਪਹਿਲਾਂ ਸਰਕਾਰਾਂ ਡਿਵਲਟ ਵੀ ਕਰਦਾ ਨਹੀਂ। SCBC ਦਾ ਇੱਕ ਜਿਹੜੀ ਕੈਗ ਦੀ ਰਿਪੋਰਟ ਹੈ, ਕੈਗ ਦੀ ਰਿਪੋਰਟ 'ਚ ਇਹ ਆਇਆ ਕਿ ਸਾਰੇ ਹਿੰਦੁਸਤਾਨ 'ਚ, ਨਾਟ ਇਨ ਪੰਜਾਬ ਆਲਸੋ, ਸਾਰੇ ਹਿੰਦੁਸਤਾਨ 'ਚ 1 ਸਾਲ ਤੋਂ 6 ਸਾਲ ਦੇ ਡਿਲੇ ਨਾਲ ਵਜ਼ੀਫੇ ਮਿਲਦੇ ਆ। ਇਹ ਕੈਗ ਦੀ ਰਿਪੋਰਟ ਹੈ ਕਿ 1 ਸਾਲ ਤੋਂ ਲੈ ਕੇ 6 ਸਾਲ ਤੱਕ ਵਜ਼ੀਫਿਆਂ ਦੀ ਵੇਟ ਕਰਦੇ ਆ ਬੱਚੇ। ਜੇ ਬੱਚੇ ਨੂੰ ਮੌਕੇ ਸਿਰ ਵਜ਼ੀਫਾ ਹੀ ਨਹੀਂ ਮਿਲਣਾ, ਜਿੰਦ ਦੀ ਐਂਟਾਈਟਲਮੈਂਟ ਅੱਜ ਹੈ, ਜੇ ਉਹਨੂੰ 6 ਸਾਲ ਬਾਅਦ ਪੈਸੇ ਦੋਗੇ, ਉਹਦੀ ਪੈਸੇ ਦੀ ਵੈਲਿਊ ਕੀ ਹੈ, ਉਹਨੂੰ ਯੂਟਿਲਿਟੀ ਕੀ ਹੈ? ਇਹ ਇਹਨਾਂ ਦੇ ਗਰੀਬਾਂ ਦੇ ਵਾਸਤੇ ਕੋਈ ਸੋਚ ਹੀ ਨਹੀਂ ਰਿਹਾ। ਸਹੀ ਮਾਇਨਿਆਂ 'ਚ ਗਰੀਬ ਵਾਸਤੇ ਅਸੀਂ ਜਿਹੜੇ ਲੋਕ ਹਾਂ। ਅੱਛਾ, ਇੱਕ ਹੋਰ ਸਰ ਮੈਨੂੰ ਦੱਸੋ, ਹੁਣ ਚੀਫ ਸੈਕਟਰੀ ਨੇ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ, ਇਹ ਵੀ ਜਾਂਚ ਕਰ ਰਹੀ ਹੈ, ਸ਼ੁਰੂ ਕਰਤੀ ਕਮੇਟੀ ਨੇ। ਸੈਂਟਰ ਨੇ ਆਪਣੀ ਕਮੇਟੀ ਬਣਾਤੀ, ਉਹ ਵੀ ਜਾਂਚ ਕਰੂਗੀ। ਤਾਂ ਲੱਗਦਾ ਕਿ ਜਾਂਚ ਇੱਧਰ ਵੀ ਹੋ ਰਹੀ, ਉੱਧਰ ਵੀ ਹੋਈ ਹੈਗੀ ਹੈ, ਗਰੀਬਾਂ ਦੀ ਭਲਾਈ ਹੋਏਗੀ ਜਾਂ ਦਲਿਤ ਬੱਚਿਆਂ ਦੇ ਨਾਮ ਤੇ ਜਿਹੜਾ ਪੈਸਾ ਖਾਧਾ ਗਿਆ ਉਹਦੀ ਰਿਕਵਰੀ ਹੋਏਗੀ। ਇਹ ਜਿਹੜੀਆਂ ਕਮੇਟੀਆਂ ਬਣਾਈਆਂ ਜਾਂਦੀਆਂ, ਕਮਿਸ਼ਨ ਬਣਾਏ ਜਾਂਦੇ, ਪਹਿਲੇ ਤਾਂ ਬਹੁਤ ਇਹ ਹੁੰਦਾ ਹੈ ਕਿ ਜੀ ਇਹਨਾਂ ਨੂੰ ਡਿਲੇ ਕਰਿਆ ਜਾਏ, ਆਪੇ ਜਿਹੜੀ ਕੰਟਰੋਵਰਸੀ ਹੈ ਇਹਨੂੰ ਡਿਫਿਊਜ਼ ਹੋ ਜਾਊਗੀ, ਲੋਕਾਂ ਦੇ ਮਨਾਂ 'ਚੋਂ ਥੋੜ੍ਹੀ ਦੇਰ ਬਾਅਦ ਨਿਕਲ ਜਾਊਗੀ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ, ਮੌਜੂਦਾ ਸਰਕਾਰ ਨੂੰ ਵੀ, ਆਪੋਜੀਸ਼ਨ ਵਾਲਿਆਂ ਨੂੰ, ਕਿ ਤੁਸੀਂ ਦੋਨੇ ਲਿਖ ਕੇ ਦੇ ਦਿਓ ਕਿ ਨਾ ਅਸੀਂ CBI ਤੋਂ ਇਨਕੁਆਇਰੀ ਚਾਹੁੰਦੇ ਹਾਂ ਤੇ ਨਾ ਪੰਜਾਬ ਗੌਰਮੈਂਟ ਦੀ ਚੀਫ ਸੈਕਟਰੀ ਤੋਂ ਚਾਹੁੰਦੇ ਹਾਂ। ਹਾਈ ਕੋਰਟ ਦੇ ਕਿਸੇ ਜੱਜ ਤੋਂ, ਰਿਟਾਇਰ ਜੱਜ ਤੋਂ ਕਰਵਾ ਲੈਣ, ਅੰਡਰ ਦੀ ਸੁਪਰਵਿਜ਼ਨ ਆਫ ਹਾਈ ਕੋਰਟ ਜੱਜ, ਪਰ ਇਨਕੁਆਇਰੀ ਇਹ ਲਿਖ ਕੇ ਦੇਣ ਕਿ ਅਸੀਂ 12 ਤੋਂ ਕਰਵਾਉਣੀ ਹੈ। ਫਿਰ ਸਵਾਦ ਆਏਗਾ। ਫਿਰ ਦੇ ਵਿਲ ਬੀ ਕਲੀਅਰ ਕਿ ਉਹ ਬਿਲਕੁਲ ਦੁੱਧ ਧੋਤੇ ਹੈ, ਸਾਫ਼ ਹੈ ਦਾਮਨ। ਮੈਂ ਆਪ ਕਹੀ ਜਾਂਦਾ ਵੀ ਅਸੀਂ 13-14 ਦਾ ਫੜਿਆ ਹੋਇਆ ਕਿ ਜੀ ਘਪਲਾ ਉਦੋਂ ਹੋ ਰਿਹਾ ਸੀ। ਅਸੀਂ ਤੇ ਦੇਖੋ ਜਿਹੜੀ ਕਮੇਟੀਆਂ ਹੈ ਇਹਨਾਂ ਦੀ ਪਾਵਰ ਇੰਨੀ ਹੈ ਕਿ ਇਹ ਰਿਕਮੈਂਡ ਕਰ ਸਕਦੇ ਆ, ਐਕਸ਼ਨ ਕੋਈ ਨਹੀਂ ਲੈ ਸਕਦੇ। ਅਸੀਂ ਸਰਕਾਰ ਨੂੰ ਰਿਕਮੈਂਡ 2-3 ਗੱਲਾਂ ਕਰੀਆਂ। ਇੱਕ ਤਾਂ ਅਸੀਂ ਕਿ ਜੀ ਆਡਿਟ ਕਰਾਇਆ ਜਾਏ, ਆਡਿਟ ਤੇ ਵਿਧਾਨ ਸਭਾ 'ਚ ਅਸ਼ੋਰੈਂਸ ਦੇ ਮੁਤਾਬਕ ਸਰਕਾਰ ਨੂੰ ਕਰਾਉਣਾ ਪਏਗਾ। ਇੱਕ ਅਸੀਂ ਕਿਹਾ ਸੀ ਕਿ ਜਿਹੜੇ ਵਜ਼ੀਫਿਆਂ ਵਾਸਤੇ ਜਾਂ ਹੋਰ ਸਕੀਮਾਂ ਵਾਸਤੇ ਇੱਕ ਅਥਾਰਟੀ ਬਣਾਓ, ਜਿਹੜੀ ਇੰਡੀਪੈਂਡੈਂਟ ਅਥਾਰਟੀ ਹੋਏ, ਜਿਹੜੀ ਇਹਦੀ ਵਾਚ ਕਰੇ, ਹਰ
ਜਿਨ੍ਹਾਂ ਵਜ਼ੀਫਿਆਂ ਦੇ ਬੱਚਿਆਂ ਦੀ ਉਹ ਅਥਾਰਟੀ ਪਰਮਾਨੈਂਟ ਅਥਾਰਟੀ ਕੋਈ ਬਣਾ ਦਿਓ ਕਿ ਉਹ ਵਾਚ ਕਰੇ ਕਿ ਵਾਕਈ ਕਿਸੇ ਇੰਸਟੀਟਿਊਸ਼ਨ ਇੰਨੇ ਬੱਚੇ ਆਏ ਹੈ, ਕਿੰਨਿਆਂ ਦੀ ਐਡਮਿਸ਼ਨ ਹੋਈ ਹੈ। ਦੇ ਸ਼ੁੱਡ ਵੈਰੀਫਾਈ। ਇਹ ਡਿਪਾਰਟਮੈਂਟ ਤਾਂ ਕੋਈ ਵੀ ਕੰਮ ਜਿਹੜਾ ਹੈ ਭਾਵੇਂ ਅੱਜ ਹੈ ਜਾਂ ਪਹਿਲਾਂ ਸੀ, ਵਿਦ ਦੀ ਕਨਾਈਵੈਂਸ ਆਫ ਡਿਪਾਰਟਮੈਂਟ ਨਹੀਂ ਹੋ ਸਕਦਾ। ਆਫੀਸ਼ੀਅਲ ਆਰ ਆਲਸੋ ਇਨਵੋਲਵਡ ਇਨ ਆਲ ਦਿਸ ਇਨ ਦਿਸ ਗੇਮ, ਜਿਹੜੀ ਇਹ ਗੇਮ ਹੈ। ਬਿਲਕੁਲ ਸਹੀ ਗੱਲ। ਮਸਲਾ ਤੇ ਇਹ ਕਿ ਹੁਣ ਰੌਲਾ ਪੈ ਰਿਹਾ ਸੀ ਕਿ 64 ਕਰੋੜ ਦੀ ਗੜਬੜੀ ਹੈ, ਲੇਕਿਨ ਜਿਸ ਤਰ੍ਹਾਂ ਜਿਸ ਸਾਹਿਬ ਨੇ ਦੱਸਿਆ ਕਿ ਤੇ 600 ਕਰੋੜ ਦਾ ਹੈ ਤੇ 400 ਕਰੋੜ ਰੁਪਏ ਦੇ ਡ੍ਰੌਪ ਆਊਟ ਦੇ ਤਹਿਤ ਫਿਰ ਉਹਨਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨੂੰ ਦਿੱਤੇ ਗਏ। ਤੇ ਸਵਾਲ ਹੈ ਕਿ ਜੇ ਅੱਜ ਦੀ ਸਰਕਾਰ ਜ਼ਿੰਮੇਵਾਰ ਹੈ, ਜੇ ਅੱਜ ਦਾ ਮੰਤਰੀ ਜ਼ਿੰਮੇਵਾਰ ਹੈ, ਤੇ ਫਿਰ ਪਿਛਲੀ ਸਰਕਾਰ ਵੀ ਉਨੀ ਬਰਾਬਰ ਦੀ ਜ਼ਿੰਮੇਵਾਰ, ਉਹ ਪਿਛਲੀ ਸਰਕਾਰ ਦੇ ਮੰਤਰੀ ਤੇ ਅਫਸਰ ਵੀ ਉਹਨੇ ਜ਼ਿੰਮੇਵਾਰ ਹੈ। ਤੇ ਫਿਰ ਸਿਰਫ 2019 ਔਰ 2020 ਦੀ ਜਾਂਚ ਕਿਉਂ ਹੀ ਹੋਏਗੀ ਜਾਂ ਇਸ ਤੇ ਕਿਉਂ ਮੰਗ ਕੀਤੀ ਜਾ ਰਹੀ ਹੈ? ਮਸਲਾ ਤਾਂ ਫਿਰ 2012 ਤੋਂ ਜਾਂਚ ਸ਼ੁਰੂ ਹੋਣੀ ਚਾਹੀਦੀ ਹੈ ਤੇ ਫਿਰ ਲੋਕਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਹਮਾਮ ਦੇ ਵਿੱਚ ਸਾਰੇ ਨੰਗੇ ਨੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਬੀ ਨਿਊਜ਼, ਚੰਡੀਗੜ੍ਹ।